ਉਹ ਫੇਸਬੁੱਕ ਵਾਲੋਂ ਵੀ ਦੱਬਣਾ ਪੈਣਾ ਨਾ। ਹਾਂਜੀ 1 2 3 अस्सलाम वालेकुम दोस्तों, तो मेरे जिन्ने भी चढ़ते पंजाब वाले वीर ने उन्होंने सत श्री अकाल, ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਪ੍ਰਣਾਮ, ਜਿੰਨੇ ਵੀ ਪੂਰੀ ਦੁਨੀਆ ਤੇ ਲੋਕ ਵਸਦੇ ਨੇ ਪੰਜਾਬੀ ਵਾਸਤੇ ਨੇ, ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ, ਜਾਂ ਪੂਰੀ ਦੁਨੀਆ ਤੇ ਹੋਰ ਜਿੰਨੇ ਵੀ ਲੋਕ ਨੇ। ਅੱਜ ਦੇ ਇੱਕ ਦੋ ਮੁੱਦਿਆਂ ਤੇ ਗੱਲ ਕਰਨ ਵਾਸਤੇ ਲਾਈਵ ਤੁਹਾਡੇ ਨਾਲ ਜੁੜੇ ਸਾਂ। ਮੈਂ ਕਿਹਾ ਕਿਉਂ ਨਾ ਸਾਡੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨਾਲ ਲਾਈਵ ਗੱਲਬਾਤ ਵੀ ਕਰੀਏ, ਨਾਲ ਉਹਨਾਂ ਦੇ ਕਮੈਂਟਸ ਦੇ ਰਾਹੀਂ ਉਹਨਾਂ ਦੀਆਂ ਰਾਏ ਵੀ ਲਈਏ ਵੀ ਕੀ ਕਿੱਥੇ ਕੀ ਕੁਝ ਹੋ ਰਿਹਾ। ਅੱਜ ਦੀ ਗੱਲਬਾਤ ਜਿਹੜੀ ਆਪਾਂ ਸਾਰਿਆਂ ਨੂੰ ਪਹਿਲੋਂ ਦੋ ਮੁੱਦਿਆਂ ਤੇ ਮੈਂ ਸਮਝਾਂਗਾ ਆਪ ਗੱਲ ਕਰਨੀ ਹੈ। ਇੱਕ ਕਰਤਾਰਪੁਰ ਕੋਰੀਡੋਰ ਜਿਹੜਾ ਕਲੋਜ਼ ਅੱਜ ਕਰ ਦਿੱਤਾ ਗਿਆ, ਤੇ ਕਰੋਨਾ ਵਾਇਰਸ, ਇਹਨਾਂ ਦੋਵਾਂ ਤੇ ਆਪਾਂ ਗੱਲਬਾਤ ਕਰਨੀ ਹੈ। ਤੇ ਜ਼ਰੂਰ ਕਮੈਂਟ ਦੇ ਵਿੱਚ ਵੀ ਸਾਡੇ ਨਾਲ ਜੁੜਿਓ ਵੀ ਕੌਣ ਕਿੱਥੋਂ ਜੁੜਿਆ, ਕਿੰਨੇ ਕੇਸਿਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਦੀ ਜਿਹੜਾ ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕੀਤਾ, ਮੈਂ ਦੱਸਦਾ ਜਾਵਾਂ ਕੁਝ ਹੀ ਦਿਨ ਪਹਿਲਾਂ ਆਪਾਂ ਸਟਾਰਟ ਕੀਤਾ ਸੀ ਪੰਜਾਬੀ ਲਹਿਰ ਦੇ ਰਾਹੀਂ ਕਿ ਕਰੰਟ ਅਫੇਅਰਸ ਤੇ ਜਿਹੜੀਆਂ ਦੋਵਾਂ ਪਾਸੇ ਦੀਆਂ ਖਬਰਾਂ ਕਿਉਂ ਨਾ ਆਪਣੇ ਜਿਹੜੇ ਸਾਡੇ ਸੁਣਨ ਵਾਲੇ, ਸਾਡੇ ਵੇਖਣ ਵਾਲੇ ਨੇ, ਸਾਡੇ ਪਿਆਰ ਕਰਨ ਵਾਲੇ, ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਇਹਨਾਂ ਤੋਂ ਖਬਰਾਂ ਤੋਂ ਆਗਾਹ ਕਰਿਆ ਕਰੀਏ, ਦੱਸਿਆ ਕਰੀਏ ਵੀ ਕਿ ਇੱਧਰ ਕੀ ਹੋ ਰਿਹਾ, ਉੱਧਰ ਕੀ ਹੋ ਰਿਹਾ, ਦੋਵੇਂ ਪਾਸੇ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਦੀਆਂ। ਕਰੋਨਾ ਵਾਇਰਸ ਜਿਹਦੇ ਨਾਲ ਪੂਰੀ ਦੁਨੀਆ 'ਤੇ ਇੱਕ ਡਰ ਬਣ ਗਿਆ, ਪੈਦਾ ਹੋ ਗਿਆ, ਪੂਰੀ ਦੁਨੀਆ ਸਹਿਮੀ ਬੈਠੀ ਹੈ, ਬਿਲਕੁਲ ਸਟਕ ਹੋ ਗਈ ਪੂਰੀ ਦੁਨੀਆ। ਇੱਕ ਕਿਸਮ ਦੇ ਕਾਰੋਬਾਰ ਠੱਪ ਹੋ ਗਏ, ਸਕੂਲ ਕਾਲਜਸ ਬੰਦ ਹੋ ਗਏ, ਸਾਰਾ ਕੁਝ ਬੰਦ ਹੋ ਗਿਆ। ਆਲਮੀ ਅਦਾਰਾ ਸਿਹਤ ਵਾਲਿਆਂ ਵਾਇਰਸ ਨੂੰ ਰੋਕਣ ਦਾ ਕਰਕੇ ਸਖਤ ਤੋਂ ਸਖਤ ਇਕਦਾਮਾਤ ਕੀਤੇ ਨੇ। ਉਹਨਾਂ ਨੇ ਆਪਣੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਦੂਜੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਇਹਨਾਂ ਨੂੰ ਇਹਦੀ ਰੋਕਥਾਮ ਵਾਸਤੇ ਸਖਤ ਇਕਦਾਮਾਤ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਰ ਰਹੇ ਨੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਮੁਲਕ ਬਿਮਾਰੀ ਤੋਂ ਬਚਣਾ, ਤੇ ਅੱਜ ਦੀ ਵੀਡੀਓ ਜਿਹੜੀ ਜ਼ਰੂਰ ਤੁਸੀਂ ਵੇਖਣੀ ਹੈ ਸਾਰਿਆਂ ਨੇ, ਕਿ ਇਹਦੇ ਵਿੱਚ ਮੈਂ ਡਾਕਟਰ ਨਹੀਂ, ਮੈਂ ਕੋਈ ਤਜਜ਼ੀਆ ਨਗਾਰ ਨਹੀਂ, ਕੋਈ ਬਹੁਤਾ ਵੱਡਾ ਡਾਕਟਰ ਨਹੀਂ, ਇਸ ਫੀਲਡ ਨਾਲ ਨਹੀਂ ਜੁੜਿਆ, ਲੇਕਿਨ ਮੁਖਤਲਿਫ ਜ਼ਰਾਏ ਤੋਂ ਜੋ ਇਨਫੋਰਮੇਸ਼ਨ ਮਿਲੀ ਆ ਉਹਨੂੰ ਤੁਹਾਡੇ ਤੱਕ ਸ਼ੇਅਰ ਕਰਨ ਦੀ ਆਪਾਂ ਅੱਜ ਦੀ ਜਿਹੜੀ ਕੋਸ਼ਿਸ਼ ਕਰਨੀ ਹੈ ਕਿ ਉਹਦੇ ਤੋਂ ਦੂਜੇ ਲੋਕ ਵੀ ਫਾਇਦਾ ਚੁੱਕ ਸਕਣ। ਇਹਨਾਂ ਤੇ ਆਪਾਂ ਅੱਜ ਦੇ ਇਸ ਮੁੱਦੇ ਤੇ ਗੱਲ ਕਰਦੇ ਹਾਂ ਵੀ ਹੁਣ ਤੱਕ ਜੀ ਆਪਾਂ ਗੱਲ ਕਰਦੇ ਹਾਂ ਕਿ ਹੁਣ ਤੱਕ ਇਹਦੀ ਵੈਕਸੀਨ ਤੇ ਹੁਣ ਤੱਕ ਨਹੀਂ ਬਣ ਸਕੀ, ਪੈਦਾ ਨਹੀਂ ਹੋ ਸਕੀ। ਉਹਦੇ ਬਾਵਜੂਦ ਵੀ ਕਿੰਨੇ ਲੋਕ ਜਿਹੜੇ ਨੇ ਉਹ ਹੁਣ ਤੱਕ ਸਿਹਤਯਾਬ ਹੋ ਕੇ ਇਸ ਬਿਮਾਰੀ ਦਾ ਅਟੈਕ ਹੋਇਆ ਸਨ, ਹੁਣ ਤੱਕ ਘਰਾਂ ਨੂੰ ਜਾ ਚੁੱਕੇ ਨੇ। ਇਹਦੇ ਵਿੱਚ ਦੋ ਰਾਏ ਹੈ ਨਹੀਂ ਕਿ ਹੁਣ ਤੱਕ ਇਹਦੀ ਵੈਕਸੀਨ ਜਿਹੜੀ ਉਹ ਨਹੀਂ ਬਣ ਸਕੀ। ਜੇ ਦੂਜੀ ਸਾਈਡ ਨਾਲ ਆਪਾਂ ਵੇਖਦੇ ਹਾਂ, ਇਸ ਬਿਮਾਰੀ ਨੂੰ 70,000, ਥੋੜ੍ਹੀ ਗਿਣਤੀ ਨਹੀਂ, 70,000 ਐਸੇ ਪੇਸ਼ੈਂਟ ਜਿਨ੍ਹਾਂ ਨੂੰ ਇਹ ਬਿਮਾਰੀ ਲੱਗੀ ਸੀ, ਵਾਇਰਸ ਲੱਗਾ ਸੀ, ਹੁਣ ਤੱਕ ਇਸ ਬਿਮਾਰੀ ਨੂੰ ਹਰਾ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ। ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਹਿੰਮਤ ਕਰਨ ਦੀ ਲੋੜ ਹੈ। ਆਪਾਂ ਹਿੰਮਤ ਕਰਨੀ ਆ। ਜਦੋਂ ਆਪਾਂ ਡਰ ਜਾਣਾ ਵਾ, ਜ਼ਿਹਨੀ ਤੌਰ ਤੇ ਦਬਾਅ ਲੈਣਾ ਇਸ ਗੱਲ ਦਾ ਕਿ ਇਸ ਬਿਮਾਰੀ ਨੇ ਹੋਰ ਸਾਡੇ ਤੇ ਜ਼ਿਆਦਾ ਹਮਲਾ ਕਰਨਾ, ਉਹ 70,000 ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਸਿਹਤਯਾਬ ਹੋ ਕੇ ਘਰਾਂ ਨੂੰ ਗਏ ਨੇ, ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਇਸ ਬਿਮਾਰੀ, ਇਹ ਜਿਹੜੀ ਬਿਮਾਰੀ, ਇਹਦੇ ਤੇ ਮੈਂ ਆਪਾਂ ਗੱਲ ਕਰਨ ਵੀ ਹਿੰਮਤ ਕਰਨ ਦੀ ਲੋੜ ਆ, ਦੂਜਿਆਂ ਨੂੰ ਹੌਸਲਾ ਦੇਣ ਦੀ ਲੋੜ ਆ। ਉਹਦੇ ਤੇ ਆਪਾਂ ਇਸੇ ਗੱਲ ਤੇ ਆਪਾਂ ਅੱਜ ਦੀ ਜਿਹੜੀ ਉਹ ਗੱਲਬਾਤ ਕਰਨੀ ਹੈ। ਮੈਂ ਕਹਾਂਗਾ ਸਾਡੇ ਇਮਰਾਨ ਖਾਨ ਨੇ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੇ ਵੀ ਅੱਜ ਆਪਣੀ ਤਕਰੀਰ 'ਚ ਰਾਤ 'ਚ ਵੀ ਕਿਹਾ ਸੀ ਵੀ ਘਬਰਾਉਣ ਦੀ ਲੋੜ ਨਹੀਂ, ਡਰਨਾ ਨਹੀਂ, ਇਹਦਾ ਆਪਾਂ ਡਟ ਕੇ ਮੁਕਾਬਲਾ ਕਰਨਾ। ਜਦੋਂ ਆਪਾਂ ਮੁਕਾਬਲਾ ਕਰਨ ਤੇ ਆਏ ਤੇ ਆਪਾਂ ਮੁਕਾਬਲਾ ਕਰ ਵੀ ਲੈਣਾ। ਸੋ ਇਹਦੇ ਤੇ ਹੁਣ ਤੱਕ ਸੋਸ਼ਲ ਮੀਡੀਆ ਦੀ ਰਾਹੀਂ ਜੇ ਆਪਾਂ ਵੇਖਦੇ ਹਾਂ, ਗੱਲ ਕਰਦੇ ਹਾਂ, ਤੇ ਵੀ 5 ਸਾਲ ਦੇ ਬੱਚੇ ਤੋਂ ਘੱਟ, ਤੇ ਦੂਜੀ ਜੇ ਮਜ਼ਾਕੀਆ ਤੌਰ ਤੇ ਵੀ ਕਹਿੰਦੇ ਆ ਵੀ ਇਹ ਬਾਬਿਆਂ ਨੂੰ ਲੈਣ ਆਈ ਹੈ ਬਿਮਾਰੀ, ਇਹ ਵਾਇਰਸ ਜਿਹੜਾ ਇਹ ਬਾਬੇ ਮਕਾਓ ਮੁਹਿੰਮ ਹੈ, ਵੀ ਬਾਬਿਆਂ ਨੂੰ, ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਮਕਾਉਣ ਦੀ ਇਹ ਮੁਹਿੰਮ ਲੈ ਕੇ। ਬਿਲਕੁਲ ਇਹਦੇ 'ਚ ਵੀ ਦੋ ਰਾਏ ਨਹੀਂ। ਇਹਦੇ 'ਚ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਹ ਆਪਣਾ ਬਿਮਾਰੀ ਜਿਹੜੀ, ਵਿੱਚ ਮੇਰਾ ਫੋਨ ਵੀ ਵੱਜਣ ਲੱਗ ਪਿਆ, ਇਹ ਬਿਮਾਰੀ ਜਿਹੜੀ 50 ਸਾਲ ਤੋਂ ਜ਼ਿਆਦਾ ਲੋਕ ਨੇ, ਜਿਹੜੀ ਉਮਰ ਜ਼ਿਆਦਾ ਨੇ ਉਹਨਾਂ 'ਤੇ ਜ਼ਿਆਦਾ ਅਟੈਕ ਕਰਦੀ, ਉਹਨਾਂ ਦਾ ਜਾਨੀ ਨੁਕਸਾਨ ਇਹਦੇ 'ਚ ਜ਼ਿਆਦਾ ਹੋ ਸਕਦਾ,
ਕਿਉਂਕਿ ਉਹਨਾਂ ਨੂੰ ਜਿਹੜੀ ਆਪਾਂ ਹਿੰਮਤ ਦੀ ਗੱਲ ਕਰਨੀ ਵੀ ਕੁਵਤੇ ਮੁਦਾਫਤ ਜਿਹੜੀ ਆ ਇਨਸਾਨ ਦੀ ਅੰਦਰਲੀ ਕੁਵਤੇ ਮੁਦਾਫਤ ਉਹ ਦੂਜਿਆਂ ਦੀ ਬਨਿਸਬਤ ਜਦੋਂ 50 ਸਾਲ ਤੋਂ ਬੰਦਾ ਟੱਪ ਜਾਂਦਾ ਉਹ ਘੱਟ ਹੁੰਦੀ ਹੈ। ਅਮਰੀਕਨ ਸਾਇੰਸਦਾਨਾਂ ਦੀ ਟੀਮ ਇਸ ਵਾਇਰਸ ਇਹ ਜਿਹੜਾ ਵਾਇਰਸ ਆ ਇਹਦੇ ਤੇ ਅਮਰੀਕਨ ਸਾਇੰਸਦਾਨਾਂ ਨੇ ਵੀ ਬੜੀ ਰਿਸਰਚ ਕੀਤੀ। ਇਹਦੇ ਪਹਿਲੇ ਸਾਰਿਆਂ ਨਾਲੋਂ ਪਹਿਲੇ ਮੈਂ ਥੋੜ੍ਹੀ ਜਿਹੀ ਰਚਾਤੀ ਪਾ ਦਾਂ ਕਿ ਅੱਜ ਦੀ ਰਿਪੋਰਟਸ ਦੇ ਮੁਤਾਬਕ ਇਹਦੇ ਨਾਲ ਇਹ ਵਾਇਰਸ ਦੇ ਨਾਲ ਅਫੈਕਟ ਕਿੰਨੇ ਲੋਕ ਹੋਏ। ਇਹ ਵੀ ਬੜਾ ਇਸ ਇਨਫੋਰਮੇਸ਼ਨ ਦਾ ਸੋਰਸ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਇੱਕ ਹੋਰ ਆਰਗੇਨਾਈਜੇਸ਼ਨ ਹੈ ਉਹਦਾ ਰੈਫਰੈਂਸ ਦੇ ਨਾਲ ਜੋ ਉਹਨਾਂ ਦੇ ਅੰਕੜੇ ਨੇ ਜੋ ਉਹਨਾਂ ਦੀ ਗਿਣਤੀ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸਾਂਗਾ। ਚੀਨ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਤਾਂ ਚੀਨ ਅਫੈਕਟ ਹੋਇਆ ਸੀ ਇਸ ਬਿਮਾਰੀ ਦੇ ਨਾਲ 80,800 ਕੇਸ ਹੁਣ ਤੱਕ ਚਾਈਨਾ ਦੇ ਵਿੱਚ ਦਰਜ ਹੋਏ ਤੇ ਜਿਨ੍ਹਾਂ ਚੋਂ ਮੌਤਾਂ ਜਿਹੜੀਆਂ ਨੇ 3199 ਬੰਦਿਆਂ ਦੀਆਂ ਚਾਈਨਾ ਦੀ ਹੈ ਰਿਪੋਰਟ। ਜੇ ਟੋਟਲ ਦੁਨੀਆ ਦੀ ਆਪਾਂ ਗੱਲ ਕਰ ਲਈਏ ਟੋਟਲ ਦੁਨੀਆ ਦੀ 1,56,859 ਲੋਕਾਂ ਦੇ ਵਿੱਚ ਕੇਸ ਜਿਹੜਾ ਪਾਇਆ ਗਿਆ। ਦੁਨੀਆ ਭਰ ਦੇ ਵਿੱਚ 137 ਮੁਲਕ ਵੀ ਦੱਸਦੇ ਆ, ਉਹ 160 ਮੁਲਕ ਵੀ ਕਹਿੰਦੇ ਆ। ਤੇ ਹੁਣ ਤੱਕ ਜਿਹੜੀਆਂ ਮੌਤਾਂ ਨੇ ਪੂਰੀ ਦੁਨੀਆ ਦੇ ਵਿੱਚ 5,839 ਮੌਤਾਂ ਜਿਹੜੀਆਂ ਦੱਸਦੇ ਨੇ ਹੋਈਆਂ ਨੇ। ਮੈਂ ਫਿਰ ਇਹਦੇ ਵਿੱਚ ਥੋੜ੍ਹਾ ਜਿਹਾ ਐਡ ਕਰਾਂਗੇ। ਸਾਨੂੰ ਜਿੰਨੇ ਵੀ ਲੋਕ ਵੇਖਣ ਦੇ ਨੇ ਹੁਣ YouTube Facebook ਦੀ ਰਾਹੀਂ ਸਾਨੂੰ ਲਾਈਵ ਕਮੈਂਟ ਕਰ ਸਕਦੇ ਨੇ। ਮੈਂ ਥੋੜ੍ਹੀ ਜਿਹੀ ਗੱਲ ਕਰਕੇ ਉਹਨਾਂ ਕਮੈਂਟਾਂ ਦੇ ਵਿੱਚ ਝਾਤੀ ਪਾਵਾਂਗਾ ਵੀ ਕੌਣ ਕੌਣ ਸਾਡੇ ਨਾਲ ਕਿੱਥੋਂ ਕਿੱਥੋਂ ਜੁੜਿਆ। ਚੀਨ ਦੀ ਆਪਾਂ ਗੱਲ ਕਰਾਂਗੇ। ਚੀਨ ਦੇ ਵਿੱਚ ਹੁਣ ਤੱਕ ਕੇਸ ਸਾਹਮਣੇ ਆਏ ਨੇ 80,800 ਤੇ ਮੌਤਾਂ ਉੱਥੇ ਹੋਈਆਂ ਨੇ 3,199। ਇਟਲੀ ਦੇ ਵਿੱਚ 21,157 ਜਿਹੜੇ ਕੇਸ ਸਾਹਮਣੇ ਆਏ ਨੇ ਹੁਣ ਤੱਕ ਤੇ ਮੌਤਾਂ ਉੱਥੇ 1,431 ਜਿਹੜੇ ਲੋਕ ਆਪਣੀ ਜਾਨ ਦੀ ਬਾਜ਼ੀ ਹਾਰ ਗਏ ਨੇ 1,431 ਨੇ। ਤੇ ਸਾਡੇ ਗੁਆਂਢੀ ਮੁਲਕ ਇਰਾਨ ਦੇ ਵਿੱਚ 12,729 ਕੇਸ ਹੁਣ ਤੱਕ ਸਾਹਮਣੇ ਆਏ ਨੇ ਇਹ ਵਾਇਰਸ ਨਾਲ ਜਿਹੜੇ ਇਫੈਕਟ ਹੋਏ ਨੇ ਜਿਹੜੇ ਕੇਸ ਦਰਜ ਹੋਏ ਨੇ। ਬਾਕੀ ਜਿਹੜੇ ਅਨਨੋਨ ਨੇ ਉਹਨਾਂ ਦਾ ਮੇਬੀ ਨਾ ਪਤਾ ਹੋਵੇ। ਤੇ ਇੱਥੇ ਇਰਾਨ ਦੇ ਵਿੱਚ ਮੌਤਾਂ ਹੁਣ ਤੱਕ ਹੋਈਆਂ 611। ਜੇ ਆਪਾਂ ਸਪੇਨ ਦੀ ਗੱਲ ਕਰਦੇ ਹਾਂ ਸਪੇਨ ਦੇ ਵਿੱਚ 6,391 ਕੇਸ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ ਤੇ ਮੌਤਾਂ 196 ਸਪੇਨ ਦੇ ਵਿੱਚ ਸਾਰਿਆਂ ਨੂੰ ਵੱਡੀ ਖਬਰ ਹੈ ਕਿ ਸਪੇਨ ਦੇ ਜਿਹੜੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਨੇ ਉਹਨਾਂ ਦੀ ਮਿਸਿਜ਼ ਨੂੰ ਵੀ ਉਹਨਾਂ ਦਾ ਜਿਹੜਾ ਕਰੋਨਾ ਵਾਇਰਸ ਦਾ ਪੋਜ਼ਿਟਿਵ ਆਇਆ ਉਹਨਾਂ ਦਾ ਵੀ ਕਰੋਨਾ ਵਾਇਰਸ ਦਾ ਟੈਸਟ। ਉਸ ਤੋਂ ਬਾਅਦ ਜੀ ਆਪਾਂ ਗੱਲ ਕਰ ਲੈਂਦੇ ਹਾਂ ਜਰਮਨੀ ਦੇ ਵਿੱਚ 4,599 ਕੇਸ ਹੁਣ ਤੱਕ ਸਾਹਮਣੇ ਆਏ ਨੇ ਤੇ ਮੌਤਾਂ ਸਿਰਫ 9 ਦੱਸ ਰਹੇ ਨੇ। ਫਰਾਂਸ ਦੇ ਵਿੱਚ 4,469 ਕੇਸ ਤੇ ਮੌਤਾਂ 91। ਹਾਲੈਂਡ ਜਿਹਨੂੰ ਨੈਦਰਲੈਂਡ ਵੀ ਕਹਿੰਦੇ ਨੇ 961 ਕੇਸ ਮੌਤਾਂ 10। ਇਰਾਕ ਦੇ ਵਿੱਚ 110 ਕੇਸ ਮੌਤਾਂ 10। ਇੰਡੀਆ ਦੇ ਵਿੱਚ ਹੁਣ ਤੱਕ ਸਾਡੇ ਗੁਆਂਢੀ ਮੁਲਕ ਇੰਡੀਆ ਦੇ ਵਿੱਚ ਹੁਣ ਤੱਕ ਦੱਸਦੇ ਕਿ 105 ਕੇਸ ਤੇ ਇੱਕ ਪਾਸੇ 110 ਵੀ ਦੱਸਦੇ ਨੇ ਕੋਈ 100 ਵੀ ਦੱਸ ਰਹੇ ਨੇ ਤੇ ਮੌਤਾਂ ਹੁਣ ਤੱਕ ਅੱਜ ਤੱਕ ਦੀ ਜਿਹੜੀ ਰਿਪੋਰਟ ਇਹ ਵੀ ਇੱਕ ਚੈਨਲ ਦੀ ਰਾਹੀਂ ਜਿਹੜੀ ਰਿਪੋਰਟ ਮੈਂ ਦੱਸ ਰਿਹਾ ਉਹ 3 ਮੌਤਾਂ ਇੰਡੀਆ ਦੇ ਵਿੱਚ। ਹੋ ਸਕਦਾ ਇਹਦੇ ਵਿੱਚ ਕੋਈ ਵਾਧਾ ਘਾਟਾ ਹੋਵੇ, ਹੋ ਸਕਦਾ ਕੋਈ ਘੱਟ ਹੋਣ ਜਾਂ ਜ਼ਿਆਦਾ ਹੋਣ, ਉਹਦੀ ਐਡਵਾਂਸ ਮਾਫੀ। ਪਾਕਿਸਤਾਨ ਦੇ ਵਿੱਚ 88 ਕੇਸ ਰਜਿਸਟਰ ਹੋਏ ਨੇ। ਮੌਤ ਹੁਣ ਤੱਕ ਜਿਹੜੀ ਇੱਕ ਦੱਸੀ ਜਾਂਦੀ ਹੈ ਉਹ ਇਹਦੇ 'ਚ ਸਾਹਮਣੇ ਆਈ ਹੈ। ਅੱਛਾ ਜੀ ਹੋਰ ਇਸ ਤੋਂ ਬਾਅਦ ਪਹਿਲੋਂ ਆਪਾਂ ਜਿਸ ਦੀ ਗੱਲ ਕਰਨੇ ਸੀ ਵੀ ਇਹ ਸਾਰੇ ਕੇਸਿਸ ਆ ਗਏ। ਹੁਣ ਥੋੜ੍ਹੀ ਜਿਹੀ ਝਾਤੀ ਜਿਵੇਂ ਮਾਰ ਲਵਾਂ ਫਿਰ ਅਗਲੀ ਗੱਲ ਅੱਗੇ ਫਿਰ ਤੋਰਦੇ ਹਾਂ। ਪਹਿਲਾਂ ਸਾਡੇ ਨਾਲ ਜੁੜੇ ਕਿਹੜੇ ਲੋਕ ਨੇ ਉਹਨਾਂ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਕਮੈਂਟਾਂ ਦੇ ਰਾਹੀਂ ਕੌਣ ਸਾਨੂੰ ਕਿੱਥੇ ਵੇਖ ਰਿਹਾ। ਲਓ ਜੀ ਕਮੈਂਟਾਂ 'ਤੇ ਆਪਾਂ ਥੋੜ੍ਹੀ ਜਿਹੀ ਝਾਤੀ ਮਾਰਨੀ ਹੈ ਜੀ। ਸੌਰੀ ਵੀ ਕੌਣ ਸਾਡੇ ਨਾਲ ਸਾਨੂੰ ਕਿੱਥੇ ਵੇਖ ਰਿਹਾ। ਫੇਸਬੁੱਕ ਦੀ ਰਾਹੀਂ YouTube ਦੇ ਰਾਹੀਂ ਸਾਰੇ ਲੋਕ ਸਾਡੇ ਨਾਲ ਜੁੜੇ ਨੇ ਸਾਨੂੰ ਵੇਖ ਰਹੇ ਨੇ ਇਸ ਵੇਲੇ। ਇੱਥੇ ਜੀ ਸਾਨੂੰ ਵੇਖ ਰਹੇ ਨੇ ਲੱਡੀ ਵੜੈਚ ਜੀ। ਆਵਾਜ਼ ਕਹਿੰਦੇ ਕੰਮ ਹੈ ਜੀ, ਆਵਾਜ਼ ਵਧਾਓ ਜੀ। ਲੱਡੀ ਵੜੈਚ ਆਵਾਜ਼ ਕੰਮ ਹੈ ਜਾਂ ਆਵਾਜ਼ ਵਧਾਤੀ ਜਨਾਬ, ਆਵਾਜ਼ ਵਧਾਤੀ। ਮੁਹੰਮਦ ਜ਼ਿਸ਼ਾਨ ਸਾਡੇ ਨਾਲ ਜੁੜੇ ਨੇ ਜੀ।
ਪਰਦੇਸੀਓ ਸੀਨ। ਅੱਛਾ ਜੀ, ਆਵਾਜ਼ ਕੰਮ ਹੈ ਜੀ, ਆਵਾਜ਼ ਵਧਾਤੀ ਜੀ। ਆਵਾਜ਼ ਦੇ ਕਿੰਨੇ ਜੀ? ਆਵਾਜ਼ ਵਧਾਓ ਜੀ। ਉਸ ਤੋਂ ਬਾਅਦ ਜੀ ਆਪਾਂ, ਇਹ ਸਨ ਸਾਡੇ ਫੇਸਬੁੱਕ ਦੇ ਦੋਸਤ ਜਿਹੜੇ ਫੇਸਬੁੱਕ ਦੇ ਸਾਡੇ ਨਾਲ ਜੁੜੇ ਸਨ। ਹੁਣ ਯੂਟਿਊਬ ਤੇ ਵੀ ਝਾਤੀ ਮਾਰਦੇ ਹਾਂ ਜੀ, ਯੂਟਿਊਬ ਤੇ ਕੌਣ ਕੌਣ ਹੈ ਸਾਡੇ ਨਾਲ ਜੀ। ਇੱਥੇ ਸਾਡੇ ਨਾਲ ਜੀ ਸਪੇਨ ਨਹੀਂ, ਕੈਨੇਡਾ ਦਾ ਵੀ ਹੈ ਜੀ, ਤੇ ਸਪੇਨ ਦੇ ਵੀ ਉਹਨਾਂ ਦੇ ਮਿਸਿਸ ਦਾ ਪਤਾ ਲੱਗਾ ਜੀ। ਉਸ ਤੋਂ ਬਾਅਦ ਜੀ ਸਾਡੇ ਨਾਲ ਹੋਰ ਜੁੜ ਗਏ ਨੇ ਇਸ ਵੇਲੇ ਯੂਕੇ, ਬਹੁਤ ਬੁਰਾ ਹਾਲ ਹੈ। ਰੋਮਾ ਸੀ ਐਚ, ਹੋਰ ਕਿੱਥੇ ਕਿੱਥੇ ਕੀ ਕੀ ਹਾਲਾਤ ਨੇ ਜੀ, ਇਹ ਦੱਸੀ ਜਾਂਦੇ ਨੇ ਲੋਕ ਸਾਨੂੰ ਜੀ। ਫਿਰ ਸ਼੍ਰੀ ਗੰਗਾਨਗਰ ਤੋਂ ਸਾਡੇ ਨਾਲ ਜੀ ਇੰਦਰ ਸਿੰਘ ਪੁਰੇਵਾਲ, ਗੁਰਸ਼ੇਰ ਜੀ ਅੰਮ੍ਰਿਤਸਰ ਤੋਂ। ਚਲੋ ਜੀ ਗੱਲ ਨੂੰ ਅੱਗੇ ਤੋਰਦੇ ਹਾਂ। ਅਮਰੀਕੀ ਸਾਇੰਸਦਾਨਾਂ ਦੀ ਇੱਕ ਟੀਮ ਜਿਹੜੇ ਲੋਕ ਜਿਹੜੇ ਇਹ ਤੋਂ ਅਫੈਕਟਡ ਹੋਏ ਨੇ, ਉਹਨਾਂ ਦੇ ਨਬਲਾਈਜ਼ਰਸ ਦੇ ਸੈਂਪਲ ਲੈ ਕੇ ਉਹਨਾਂ ਨੇ ਇਹਦੇ ਕੀਤੇ ਆ, ਮੁਖਤਲਿਫ ਨਮੂਨੇ ਲੈ ਕੇ ਇਹਨਾਂ 'ਤੇ ਥੋੜ੍ਹੀ ਰਿਸਰਚ ਕੀਤੀ ਜਾਂਦੀ ਵੀ ਇਹ ਹਵਾ ਦੇ ਵਿੱਚ ਜਿਹੜੇ ਇਹਦੇ ਵਾਇਰਸ ਹੈ 2 ਤੋਂ 3 ਘੰਟੇ ਰਹਿੰਦਾ। ਜੇ ਆਪਾਂ ਗੱਲ ਕਰ ਲੈਂਦੇ ਹਾਂ ਪਲਾਸਟਿਕ ਦੇ ਬਰਤਨ, ਗੱਦਿਆਂ 'ਤੇ, ਇਹਨਾਂ 'ਤੇ 24 ਘੰਟੇ। ਜੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਕਿਸੇ ਚੀਜ਼ ਨੂੰ ਟੱਚ ਜਿਹੜਾ ਬੰਦਾ ਕਰਦਾ, ਮਤਲਬ ਦਰਵਾਜ਼ਾ ਖੋਲ੍ਹਦਾ ਜਾਂ ਕਿਸੇ ਸੀਟ 'ਤੇ ਜਾ ਕੇ ਬਹਿੰਦਾ, ਜਿਹੜਾ ਵਾਇਰਸ ਦਾ ਆਲਰੇਡੀ ਇਫੈਕਟ ਹੈ ਉਹਦੇ 'ਤੇ 24 ਘੰਟੇ, ਉੱਤੇ ਵੀ ਘੱਟੋ ਘੱਟ 24 ਘੰਟੇ ਜਿਹੜਾ ਵਾ। ਪਲਾਸਟਿਕ ਦੇ ਬਰਤਨਾਂ 'ਤੇ ਦੱਸ ਰਿਹਾ ਜੀ ਤਕਰੀਬਨ 2 ਤੋਂ 3 ਦਿਨ, ਅਤੇ ਤਾਂਬੇ ਦੇ ਬਰਤਨਾਂ 'ਤੇ ਵੀ ਘੱਟ ਦੱਸ ਰਿਹਾ, ਅਗਰ ਕੋਈ ਟੱਚ ਕਰਦਾ ਤਾਂ ਉਹਦੇ 'ਤੇ ਘੱਟ ਅਸਰ ਅੰਦਾਜ਼ ਹੁੰਦਾ। ਆਹ ਕੁਝ ਗੱਲਾਂ ਸੀ। ਹੁਣ ਜੀ ਹੁਣ ਮੈਂ ਬੜੀ ਅਹਿਮ ਗੱਲ, ਇਹ ਵੀ ਅੱਜ ਮੈਂ ਪਹਿਲੇ ਵੀ ਫਿਰ ਅੱਗੇ ਵੀ ਦੱਸਿਆ ਵੀ ਡਾਕਟਰ ਕੋਈ ਨਹੀਂ ਆਪਾਂ। ਇਹ ਤਾਂ ਗੱਲ ਜਿਹੜੀ ਆ ਸਾਨੂੰ ਜਿਸ ਜ਼ਰਾਏ ਤੋਂ ਮਿਲੀ, ਜਿਸ ਸੋਰਸ ਤੋਂ ਮਿਲੀ, ਉਹਨਾਂ ਸੋਰਸਿਸ ਨੂੰ ਲੈ ਕੇ ਤੁਹਾਡੇ ਤੱਕ ਕੁਝ ਪੁਆਇੰਟਸ ਸ਼ੇਅਰ ਕਰਨੇ ਆ। ਇਹ ਤਾਂ ਸਾਰੇ ਦੱਸਦੇ ਆ ਕਿ ਵਾਇਰਸ ਆ ਗਿਆ, ਉਹ ਤੋਂ ਬਚਿਆ ਕਿਵੇਂ ਜਾ ਸਕਦਾ ਵਾ, ਉਹ ਇਕਦਾਮਾਤ ਕੀ ਨੇ, ਹੱਥ ਧੋਣੇ ਚਾਹੀਦੇ ਆ, ਉਹਨੂੰ ਬਾਰ-ਬਾਰ ਹੱਥ ਧੋਣੇ ਚਾਹੀਦੇ ਆ, ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣੇ ਚਾਹੀਦੇ। ਪਾਕਿਸਤਾਨ ਦੇ ਵਿੱਚ ਵੀ ਕੰਪੇਨ ਚੱਲਦੀ ਹੈ। ਅਗਰ ਕਿਸੇ ਨੂੰ ਹੋ ਜਾਂਦਾ, ਸਪੋਜ਼ ਖੁਦਾ ਨਾ ਖਾਸਾ ਜਿਹਨੂੰ ਹੋ ਜਾਂਦਾ ਵਾ, ਉਹ ਕੀ ਕਰੇ ਅਤੇ ਉਹ ਬਿਹਤਰੀ ਵੱਲ ਜਾ ਸਕਦਾ ਵਾ। ਇਹਦੇ 'ਚ 5-6 ਆਪਾਂ ਜਿਹੜੇ ਇਕਦਾਮਾਤ ਨੇ 5-6 ਤੁਹਾਡੇ ਨਾਲ ਸ਼ੇਅਰ ਕਰਾਂਗੇ, ਉਹ ਵੀ ਕਿਸੇ ਸੋਰਸ ਦੇ ਰਾਹੀਂ ਸਾਨੂੰ ਮਿਲੇ ਸੀ। ਸਾਰਿਆਂ ਨੂੰ ਪਹਿਲਾਂ ਜੀ ਜ਼ੇਹਨੀ ਦਬਾਓ, ਜਿਸ ਬੰਦੇ ਨੂੰ ਹੋ ਜਾਂਦਾ ਅਗਰ ਉਹ ਜ਼ੇਨ 'ਤੇ ਲੈ ਜਾਂਦਾ ਵਾ, ਆਪਣੇ ਜ਼ੇਨ 'ਤੇ ਭਾਰ ਪਾ ਲੈਂਦਾ, ਲੈ ਬਈ ਮੈਨੂੰ ਤਾਂ ਕਰੋਨਾ ਲੱਗ ਗਿਆ ਅਤੇ ਮੈਂ ਤਾਂ ਬਚਣਾ ਹੀ ਕੋਈ ਨਹੀਂ, ਤਾਂ ਇਹ ਵੀ ਗੱਲ ਜਿਹੜੀ ਉਹ ਗਲਤ ਹੈ। ਉਹ ਦਬਾਅ ਦੀ ਵਜ੍ਹਾ ਨਾਲ ਮਜ਼ੀਦ ਜ਼ਿਆਦਾ ਅਸਰ ਕਰਦਾ ਇਹ ਵਾਇਰਸ ਜਿਹੜਾ। ਸੋ ਅਗਰ ਸਪੋਜ਼ ਹੋ ਜਾਂਦਾ ਤਾਂ ਜ਼ੇਹਨੀ ਦਬਾਅ ਨਹੀਂ ਲੈਣਾ, ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਘਬਰਾਉਣਾ ਨਹੀਂ, ਇਹਦਾ ਡਟ ਕੇ ਹਿੰਮਤ ਮੁਕਾਬਲਾ ਕਰਨਾ, ਇਹਨੂੰ ਆਪਾਂ ਸ਼ਿਕਸਤ ਜਿਹੜੀ ਵਾ ਦੇ ਸਕਦੇ ਹਾਂ। ਫਿਰ ਉਸ ਤੋਂ ਬਾਅਦ ਜੀ ਗੱਲ ਕਰ ਲੈਂਦੇ ਹਾਂ ਵੀ ਇਹਦੇ 'ਚ ਹੋਰ ਕੀ ਕੀਤਾ ਜਾ ਸਕਦਾ ਵਾ। ਸਪੋਜ਼ ਜੇ ਕਰੋਨਾ ਜਿਹਨੂੰ ਹੋ ਜਾਂਦਾ ਵਾ, ਇਹਦੇ 'ਚ ਲਿਖਦੇ ਆ ਜੀ ਸ਼ੱਕਰ, ਗੋਸ਼ਤ, ਸਬਜ਼ੀਆਂ ਦਾ ਜਿਹੜਾ ਤੇਲ, ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਉਹਦੇ ਵਿੱਚ ਵੀ ਸਪੋਜ਼ ਪਾਲਕ ਹੋ ਗਈ, ਵਿਟਾਮਿਨ ਸੀ, ਡੀ, ਜ਼ਿੰਕ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ। ਫਿਰ ਵਰਜ਼ਿਸ਼ ਜਿਹੜੀ ਬਹੁਤ ਅਹਿਮ ਹੈ। ਅਗਰ ਕਿਸੇ ਨੂੰ ਹੋ ਜਾਂਦਾ, ਇਹ ਜਿਹਨੂੰ ਹੋ ਜਾਂਦਾ ਇਹ ਨਹੀਂ ਹੋਣ ਵੀ ਵਰਜ਼ਿਸ਼ ਦੇ ਵਰਜ਼ਿਸ਼ 12 ਘੰਟੇ ਵਰਜ਼ਿਸ਼ ਨੂੰ ਜੁੜਿਆ ਰਹੇ, ਅੱਗੇ ਨਾ ਵੀ ਕੰਮ ਖਰਾਬ ਹੋ ਜਾਏ। ਇਹਦੇ 'ਚ ਨਾਰਮਲ ਜਿਹੜੀ ਹੈ ਵਰਜ਼ਿਸ਼, ਉਹ ਵੀ ਇਨਸਾਨ ਦੀ ਕੁਵਤ ਮੁਦਾਫਤ ਵਧਾਉਂਦੀ ਹੈ, ਅਤੇ ਇਹਦੇ 'ਚ ਇਹਨਾਂ ਜਰਾਸੀਮਾਂ ਨੂੰ ਘੱਟ ਕੀਤਾ ਜਾ ਸਕਦਾ। ਫਿਰ ਉਸ ਤੋਂ ਬਾਅਦ ਜਰਾਸੀਮੀ ਜ਼ਹਿਰ, ਸਪੋਜ਼ ਜਿਸ ਤਰ੍ਹਾਂ ਫਫੂੰਦੀ ਵਗੈਰਾ, ਇਹ ਨੇ ਜ਼ਹਿਰੀਲੀਆਂ ਜ਼ਹਿਰਾਂ ਨੇ, ਏਅਰ ਫਰੈਸ਼ਨਰ ਆ, ਫਜ਼ਾਈ ਆਲੂਦਗੀ ਆ, ਇਹਨਾਂ ਤੋਂ ਵੀ ਜੇ ਅਗਰ ਬਚਿਆ ਜਾ ਸਕਦੇ, ਜਿਹਨੂੰ ਇਹ ਲੱਗਦਾ ਹੋਵੇ ਵੀ ਹੋ ਗਿਆ, ਅਤੇ ਇਹਦੇ ਤੋਂ ਮੁਸਤਫੀਦ ਬੰਦਾ ਹੋ ਸਕਦਾ ਅਗਰ ਇਹਨਾਂ ਚੀਜ਼ਾਂ ਤੋਂ ਵੀ, ਫਜ਼ਾਈ ਆਲੂਦਗੀ ਜਾਂ ਜਿਹੜਾ ਘਰਾਂ 'ਚ ਆਪਾਂ ਏਅਰ ਫਰੈਸ਼ਨਰ ਯੂਜ਼ ਕਰਦੇ ਹਾਂ ਉਹਨਾਂ ਤੋਂ ਦੂਰ ਰਿਹਾ ਜਾ ਬਚਿਆ ਜਾ ਸਕੇ, ਜਿੰਨਾ ਬੰਦਾ ਬਚ ਸਕਦਾ, ਅਤੇ ਇਹਦੇ ਨਾਲ ਵੀ ਬਿਹਤਰੀ ਆ ਸਕਦੀ ਜਿਹੜੇ ਮਰੀਜ਼ਾਂ ਨੂੰ ਇਹ ਹੋਵੇ। ਫਿਰ ਜੀ ਇਸ ਤੋਂ ਬਾਅਦ ਲਿਖਦੇ ਆ ਕਿ ਜਿਹੜਾ ਸਿਟਰਸ ਫੂਡ, ਥੋਮ, ਪਾਲਕ, ਵਿਟਾਮਿਨ ਡੀ, ਸੀ, ਜ਼ਿੰਕ, ਅੱਗੇ ਮੈਂ ਦੱਸਿਆ ਸੀ, ਇਹ ਵੀ ਅਗਰ ਆਪਾਂ ਯੂਜ਼ ਕਰੀਏ ਇਸ ਬਿਮਾਰੀ ਦੇ ਵਿੱਚ, ਅਤੇ ਇਹਦੇ ਨਾਲ ਵੀ ਉਹ ਬਿਮਾਰੀ ਨੂੰ ਖਾਤਰਖਵਾਹ ਆਪਾਂ
ਜਿਹੜਾ ਉਹ ਹਰਾਉਣ ਦੇ ਵਿੱਚ ਉਹ ਮਦਦਗਾਰ ਸਾਬਤ ਹੋ ਸਕਦੀਆਂ ਇਹ ਚੀਜ਼ਾਂ ਵੀ। ਸੋ ਆਹ ਸਨ ਗੱਲਾਂ ਕੁਝ ਥੋੜ੍ਹੀਆਂ ਜਿਹੀਆਂ। ਮੈਂ ਅੱਗੇ ਗੱਲ ਕਰਦਾ ਸੀ ਅਮਰੀਕਾ ਕੈਨੇਡਾ ਜਾਂ ਸਾਰੀ ਦੁਨੀਆ ਦੇ ਵਿੱਚ ਦੁਨੀਆ ਸਟਕ ਹੋਈ ਵੀ ਘਰਾਂ ਦੇ ਵਿੱਚ ਬਿਲਕੁਲ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ। ਲੇਕਿਨ ਸਾਡੇ ਪਾਕਿਸਤਾਨ ਇੰਡੀਆ ਇਹਨਾਂ ਦੇ ਵਿੱਚ ਆਪਾਂ ਸਾਡੀ ਆਵਾਮ ਇੰਨੀ ਅਵੇਅਰ ਨਹੀਂ। ਉਸੇ ਤਰ੍ਹਾਂ ਹੀ ਉਹ ਹੂੜ ਮੱਤੀ ਵਾਲੀ ਗੱਲ ਜਟਕੀ ਗੱਲ ਉਹ ਕੋਈ ਗੱਲ ਨਹੀਂ ਫਿਰ ਕੀ ਹੋਣ ਲੱਗਾ। ਸੋ ਸਾਨੂੰ ਵੀ ਚਾਹੀਦਾ ਇਹਦੇ ਤੋਂ ਜੇ ਗਵਰਨਮੈਂਟ ਨੇ ਪਾਬੰਦੀਆਂ ਲਾਈਆਂ ਸਟ੍ਰਿਕਟ ਕੀਤਾ ਕੰਮ ਵੀ ਗੈਦਰਿੰਗ 'ਤੇ ਪਾਬੰਦੀ ਲਾਈ ਆ ਵਿਆਹ ਸ਼ਾਦੀ ਵਿਆਹਾਂ 'ਤੇ ਪਾਬੰਦੀ ਲਾਈ ਆ ਅਤੇ ਸਾਨੂੰ ਲਾਜ਼ਮੀ ਸਾਡੀ ਗਵਰਨਮੈਂਟ ਉੱਧਰ ਦੀ ਜਾਂ ਇੱਧਰ ਦੀ ਜੋ ਕਹਿੰਦੀ ਹੈ ਅਤੇ ਸਾਨੂੰ ਮਨਾ ਹੋਣਾ ਚਾਹੀਦਾ। ਸਾਡੇ ਫਿਰ ਵੀ ਜਿਹੜੇ ਵਿਆਹ ਹੁਣ ਵੇਖੋ ਰੋਡਾਂ 'ਤੇ ਗੱਡੀਆਂ ਜਾਂ ਬਰਾਤਾਂ ਜਾਣ ਰਹੀਆਂ ਵਿਆਹਾਂ ਨੂੰ। ਸੋ ਇਹ ਤੋਂ ਵੀ ਥੋੜ੍ਹਾ ਜਿਹਾ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਸਾਡੀ ਬਿਹਤਰੀ ਵਾਸਤੇ ਗਵਰਨਮੈਂਟ ਜਿਹੜੀ ਵਾ ਇਹਨੇ ਕੀਤਾ ਸਕੂਲ ਕਾਲਜਸ ਬੰਦ ਕੀਤੇ ਨੇ ਗੈਦਰਿੰਗ ਬੰਦ ਕੀਤੀ ਤਾਂ ਕਿ ਵਾਇਰਸ ਜਿਹੜਾ ਵਾ ਜ਼ਿਆਦਾ ਨਾ ਫੈਲ ਸਕੇ। ਫਿਰ ਛੋਟੀ ਜੀ ਥੋੜ੍ਹੀ ਜਿਹੀ ਗੱਲ ਆਪਾਂ ਹੁਣ ਅੱਜ ਕਰ ਲੈਂਦੇ ਹਾਂ ਕਰਤਾਰਪੁਰ ਕੋਰੀਡੋਰ 'ਤੇ। ਇਹ 'ਤੇ ਆਪਾਂ ਥੋੜ੍ਹੀ ਜਿਹੀ ਝਾਤੀ ਪਾਈ ਵੀ ਕਿੰਨੇ ਮਰੀਜ਼ ਨੇ ਕਿੰਨੇ ਲੋਕ ਨੇ ਕਰਤਾਰਪੁਰ ਕੋਰੀਡੋਰ 'ਤੇ। ਕਰਤਾਰਪੁਰ ਕੋਰੀਡੋਰ ਕੱਲ੍ਹ ਤੱਕ ਪਾਕਿਸਤਾਨ ਗਵਰਨਮੈਂਟ ਨੇ ਕੀਤਾ ਸੀ ਅਨਾਊਂਸ ਕਿ ਪਾਕਿਸਤਾਨ ਵੱਲੋਂ ਜਿਹੜੇ ਜ਼ਾਇਰੀਨ ਜਾਂਦੇ ਨੇ ਯਾਤਰੀ ਜਾਂਦੇ ਨੇ ਜਿਹੜੇ ਮੱਥਾ ਟੇਕਣ ਜਾਂਦੇ ਨੇ ਜਿਹੜੇ ਬਾਬੇ ਦੇ ਦਰ 'ਤੇ ਜਾਂਦੇ ਨੇ ਉਹ ਪਾਕਿਸਤਾਨੀ ਨਹੀਂ ਜਾ ਸਕਣਗੇ। ਕਿਉਂ? ਉਹਦੀ ਵਜ੍ਹਾ ਵੀ ਲੋਕ ਮਿਕਸਅਪ ਨਾ ਹੋਣਗੇ। ਆਪਾਂ ਕੱਲ੍ਹ ਵੀ ਗੱਲ ਕਰਨਾ ਮਿਕਸਅਪ ਨਾ ਹੋਣਗੇ ਇੱਕ ਦੂਜੇ ਦੇ ਨਾਲ ਵਾਇਰਸ ਫੈਲਣ ਦੇ ਜਿਹੜੇ ਖਦਸ਼ਾਤ ਨੇ ਉਹ ਘੱਟ ਹੋਣਗੇ। ਅੱਜ ਇੱਕ ਬਹੁਤ ਵੱਡਾ ਫੈਸਲਾ ਸਾਹਮਣੇ ਆਇਆ ਇੰਡੀਆ ਗਵਰਨਮੈਂਟ ਨੇ ਕਿਉਂਕਿ ਪਾਕਿਸਤਾਨ ਨੇ ਇੰਡੀਅਨ ਯਾਤਰੀਜ਼ ਨੂੰ ਨਹੀਂ ਸੀ ਰੋਕਿਆ ਆਉਣ ਤੋਂ। ਇੰਡੀਆ ਗਵਰਨਮੈਂਟ ਨੇ ਅੱਜ ਸ਼ਾਮੀ ਪਤਾ ਲੱਗਾ ਕਿ ਜਿਹੜੇ ਯਾਤਰੀ ਉੱਧਰੋਂ ਆਉਂਦੇ ਨੇ ਇੰਡੀਆ ਸਾਈਡ ਤੋਂ ਉਹਨਾਂ 'ਤੇ ਵੀ 31 ਮਾਰਚ ਤੱਕ ਸੁਣਨ 'ਚ ਆ ਰਿਹਾ ਕਨਫਰਮ ਨਹੀਂ ਲੇਕਿਨ 31 ਮਾਰਚ ਤੱਕ ਸੁਣਨ 'ਚ ਆ ਰਿਹਾ ਕਿ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਕਿ 31 ਮਾਰਚ ਤੱਕ ਯਾਤਰੀ ਨਹੀਂ ਆ ਸਕਣਗੇ ਸ੍ਰੀ ਕਰਤਾਰਪੁਰ ਸਾਹਿਬ। ਇਹ 17 ਤੋਂ ਇੱਥੇ ਇੰਪਲੀਮੈਂਟ ਹੋ ਜਾਏਗਾ 17 ਮਾਰਚ ਤੋਂ ਅਤੇ 31 ਮਾਰਚ ਤੱਕ ਫਿਲਹਾਲ ਇੱਥੇ ਬੈਨ ਲਾਇਆ। ਮੇਰਾ ਜਿਹੜਾ ਜ਼ਾਤੀ ਖਿਆਲ ਹੈ ਵੀ ਕੱਲ੍ਹ ਵੀ ਗੱਲ ਕਰਦੇ ਸਾਂ ਵੀ ਜੇ ਆਪਾਂ ਮੁਸਲਮਾਨਾਂ ਦੀ ਗੱਲ ਕਰਦੇ ਹਾਂ ਬੀਇੰਗ ਮੁਸਲਿਮ ਮੈਂ ਗੱਲ ਕਰਦਾ ਵੀ ਸਾਡੀ ਸੁਪਰੀਮ ਜਿਹੜੀ ਸਾਰਿਆਂ ਨਾਲੋਂ ਵੱਡੀ ਜਗ੍ਹਾ ਜਿਹੜੀ ਸਥਾਨ ਉਹ ਖਾਨਾ ਕਾਬਾ ਸ਼ਰੀਫ ਜੀ ਉਹਨੂੰ ਇਸ ਵਜ੍ਹਾ ਤੋਂ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਅਤੇ ਇਹ ਮਜ਼ਹਬੀ ਥਾਵਾਂ ਜਿਹੜੀਆਂ ਸਾਡੇ ਵਾਸਤੇ ਕੋਈ ਸ਼ੱਕ ਨਹੀਂ ਕਿ ਅਸੀਂ ਬੜੀ ਇੱਜ਼ਤ ਕਰਦੇ ਹਾਂ ਇਹਤਰਾਮ ਕਰਦੇ ਹਾਂ ਅਤੇ ਉਹਨਾਂ ਦਾ ਬੜਾ ਤਕੱਦਸ ਆ ਆਪਾਂ ਇੱਜ਼ਤ ਵੀ ਕਰਦੇ ਹਾਂ। ਲੇਕਿਨ ਅਗਰ ਬਿਲਕੁਲ ਇਸ ਲੈਵਲ 'ਤੇ ਆ ਕੇ ਖਾਨਾ ਕਾਬਾ ਸ਼ਰੀਫ ਬੰਦ ਕਰ ਦਿੱਤਾ ਗਿਆ ਅਤੇ ਸਾਡੀਆਂ ਇੰਟਰਨਲੀ ਮੈਂ ਗੱਲ ਕਰਦਾ ਮੁਲਕ ਦੇ ਵਿੱਚ ਜਿਹੜੇ ਦਰਗਾਹਾਂ ਜਾਂ ਹੋਰ ਨਿੱਕੀ ਮੋਟੀ ਗੈਦਰਿੰਗ ਆ ਜਾਂ ਖੁਤਬੇ ਹੁੰਦੇ ਆ ਮਹਿਫਲਾਂ ਹੁੰਦੀਆਂ ਜਾਂ ਚੱਲ ਰਿਹਾ ਵਾ ਤਬਲੀਗੀ ਇਜਤਮਾ ਚੱਲ ਰਿਹਾ ਜ਼ਰੂਰ ਸਾਨੂੰ ਵੀ ਸਾਡੀ ਜਿਹੜੀ ਦੁਆ ਵਾ ਸਾਡੀ ਅਰਦਾਸ ਆ ਮੈਂ ਕਹਿੰਦਾ ਹੁੰਦਾ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਨਾ ਵੀ ਉੱਥੇ ਤੱਕ ਹੀ ਜਾਂਦੀ ਹੈ ਉਹ ਸਾਡੀ ਸੁਪਰੀਮ ਪਾਵਰ ਤੱਕ ਜਾਂਦੀ ਹੈ ਜਿਹੜੀ ਕਿ ਅਸੀਂ ਖਾਨਾ ਕਾਬਾ ਨੂੰ ਮੰਨਦੇ ਹਾਂ। ਜੇ ਉਹਨਾਂ ਨੇ ਬੰਦ ਕੀਤਾ ਤਾਂ ਸਾਨੂੰ ਵੀ ਅਹਿਸਾਸ ਕਰਨਾ ਚਾਹੀਦਾ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਗੁਆਂਢੀਆਂ ਵਾਸਤੇ ਆਪਣੇ ਮੁਲਕ ਵਾਸਤੇ ਪੂਰੀ ਇਨਸਾਨੀਅਤ ਵਾਸਤੇ ਵੀ ਅਸੀਂ ਵੀ ਉੱਥੋਂ ਪਰਹੇਜ਼ ਕਰੀਏ। ਸੋ ਜੇ ਕਰਤਾਰਪੁਰ ਸਾਹਿਬ ਬੰਦ ਕੀਤਾ ਤਾਂ ਦੋਵਾਂ ਗੌਰਮੈਂਟਾਂ ਦਾ ਬੜਾ ਵਧੀਆ ਮੇਰਾ ਖਿਆਲ ਹੈ। ਹੋ ਸਕਦਾ ਕਿਸੇ ਦੋਸਤ ਨੂੰ ਇਖਤਲਾਫ ਵੀ ਹੋਵੇ। ਮੇਰਾ ਖਿਆਲ ਹੈ ਕਿ ਇਸ ਵਾਇਰਸ ਦੀ ਵਜ੍ਹਾ ਨਾਲ ਜਿਹੜੀ ਇਨਫੈਕਸ਼ਨ ਵੱਧਦੀ ਉਹਦਾ ਕਰਕੇ ਇੱਥੇ ਰੋਕ ਲਾਈ ਗਈ ਆਰਜ਼ੀ। ਜੇ ਉਹਨੂੰ ਫਿਲਹਾਲ ਰੋਕ ਵੀ ਦਿੱਤਾ ਗਿਆ ਤਾਂ ਮੇਰਾ ਖਿਆਲ ਹੈ ਵੀ ਇਹਦੇ ਵਿੱਚ ਕੁਝ ਜ਼ਿਆਦਾ ਸੰਗੀਨੀ ਵਾਲੀ ਗੱਲ ਨਹੀਂ। ਜਿਵੇਂ ਹੀ ਰੱਬ ਸੋਹਣਾ ਖੈਰ ਕਰੇਗਾ ਇਹ ਬਿਹਤਰ ਹੋਏਗਾ ਇਨਫੈਕਸ਼ਨ ਖਤਮ ਹੋ ਜਾਏਗੀ ਇਹ ਵਾਇਰਸ ਖਤਮ ਹੋਏਗਾ ਅਤੇ ਦੁਬਾਰਾ ਤੋਂ ਉਸ ਤਰ੍ਹਾਂ ਹੀ ਜਿਵੇਂ ਪਹਿਲਾਂ ਕੋਰੀਡੋਰ ਖੁੱਲ੍ਹਾ ਸੀ ਉਸ ਤਰ੍ਹਾਂ ਹੀ ਦੁਬਾਰਾ ਤੋਂ ਖੁੱਲ੍ਹ ਸਕੇਗਾ। ਸੋ ਅੱਜ ਦੀਆਂ ਖਬਰਾਂ ਵੀ ਕਹਿ ਸਕਦੇ ਹਾਂ ਗੱਲਬਾਤ ਵੀ ਕਹਿ ਸਕਦੇ ਹਾਂ ਦੋਸਤਾਂ ਦੇ ਨਾਲ ਇਹ ਥੋੜ੍ਹੀ ਬਹੁਤ ਤੁਹਾਡੇ ਨਾਲ ਸ਼ੇਅਰ ਕੀਤੀ। ਹੁਣ ਕਮੈਂਟਾਂ 'ਤੇ ਝਾਤੀ ਮਾਰ ਲੈਂਦੇ ਹਾਂ ਜੀ। ਕੋਸ਼ਿਸ਼ ਕਰੋ ਕਿ ਚੈਨਲ ਵੀ ਬਿਲਕੁਲ ਜੀ ਚੈਨਲ ਵੱਲ ਵੀ ਜਾਵਾਂਗੇ। ਵਿਸ਼ ਯੂ ਹੈਪੀ ਪੰਜਾਬੀ ਕਲਚਰ ਡੇ। ਬਿਲਕੁਲ ਜੀ ਕਲਚਰ ਡੇ ਮੁਬਾਰਕਾਂ ਸਾਰਿਆਂ ਨੂੰ। ਫਿਰ ਦੱਸਦਾ ਜਾਵਾਂ ਕੱਲ੍ਹ ਵੀ ਆਪਾਂ ਖਬਰ ਸ਼ਾਮਲ ਕੀਤੀ ਸੀ ਲਾਹੌਰ ਦੇ ਵਿੱਚ ਪੰਜਾਬੀ ਪ੍ਰਚਾਰ ਵਾਲਿਆਂ ਨੈਸ਼ਨਲ ਪਾਰਟੀ ਵਾਲਿਆਂ ਬਾਬਾ ਨਜ਼ਮੀ ਹੋਣਾ ਅਫਜ਼ਲ ਸਾਹਰ ਹੋਣਾ ਚੌਧਰੀ ਅਹਿਮਦ ਰਜ਼ਾ ਭੱਟੂ ਹੋਰਾਂ ਅੰਜਮ ਗਿੱਲ ਮੇਰਾ ਬੇਲੀ ਵਿਕਾਸ ਉਹਨਾਂ ਨੇ ਲਾਹੌਰ ਦੇ ਵਿੱਚ ਕੱਲ੍ਹ ਪੰਜਾਬ ਕਲਚਰ ਡੇ ਮਨਾਇਆ ਅਤੇ ਪੰਜਾਬੀਆਂ ਦਾ ਦਿਨ ਜਿਹੜਾ ਉਹ ਕੱਲ੍ਹ ਲਾਹੌਰ ਦੇ ਵਿੱਚ ਮਨਾਇਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਪਾਂ ਵੱਧ ਚੜ੍ਹ ਕੇ ਮਾਂ ਬੋਲੀ ਪੰਜਾਬੀ ਪੰਜਾਬ ਨੂੰ ਪ੍ਰਮੋਟ ਕਰਦੇ ਰਹਾਂਗੇ। ਇੱਥੇ ਝਾਤੀ ਪਾਉਂਦੇ ਹਾਂ ਜੀ ਕਮੈਂਟਾਂ 'ਤੇ ਜੀ। ਕਮੈਂਟ ਕੌਣ ਕੌਣ ਸਾਨੂੰ ਕਰਦਾ ਜੀ। ਮੌਲਾ ਖੁਸ਼ ਰੱਖੇ ਫੈਸਲ ਚੌਧਰੀ ਜੀ YouTube 'ਤੇ ਜੁੜੇ ਸਾਡੇ ਨਾਲ ਜੀ ਫੈਸਲ ਚੌਧਰੀ ਜੀ। ਲਓ ਜੀ ਆਹ ਛੋਟੀ ਜੀ ਅੱਜ ਦੀ ਸੀ ਗੱਲਬਾਤ ਸਾਡੀ ਤੁਹਾਡੇ ਦਰਮਿਆਨ। ਮੈਂ ਕਿਹਾ ਕਿ ਉਹਨਾਂ ਲਾਈਵ ਹੋ ਕੇ ਆਪਾਂ ਅੱਜ ਦੀ ਗੱਲਬਾਤ ਦੀ ਸਾਂਝ ਜਿਹੜੀ ਉਹ ਤੁਹਾਡੇ ਨਾਲ ਪਾਈਏ।
ਸੋ ਜਿੰਨੇ ਵੀ ਇਹ ਦੋਸਤ ਸਾਡੇ ਨਾਲ ਜੁੜੇ ਨੇ ਅੱਜ ਦੇ ਪ੍ਰੋਗਰਾਮ 'ਚ ਸਾਰਿਆਂ ਦਾ ਧੰਨਵਾਦ। ਬਹੁਤ ਸਾਰਾ ਉਹਨਾਂ ਨੂੰ ਪਿਆਰ। ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਤੇ ਕੋਸ਼ਿਸ਼ ਕਰਦੇ ਰਹਾਂਗੇ ਇਸ ਤਰ੍ਹਾਂ ਲਾਈਵ ਹੋ ਕੇ ਜੁੜ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਇੱਕ ਰੈਂਡਮਲੀ ਗੱਪਸ਼ਪ ਵੀ ਨਾਲ, ਖਬਰਾਂ ਵੀ ਦੋਵਾਂ ਪਾਸਿਆਂ ਦੀਆਂ। ਸੋ ਕੋਸ਼ਿਸ਼ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੇ ਹੁਣ ਦੋ ਨਾਸਰ ਢਿੱਲੋਂ ਨੂੰ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ। ਮਿਲਦੇ ਹਾਂ ਫਿਰ, ਰੱਬ ਰਾਖਾ।